ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਇਸ ਸਪੈਸ਼ਲ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੋਇਆ। ਇੱਕ ਇਹੋ ਜਿਹਾ ਮੁੱਦਾ, ਇੱਕ ਇਹੋ ਜਿਹੀ ਗੱਲ, ਇੱਕ ਇਹੋ ਜਿਹੀ ਕਮਿਊਨਿਟੀ ਦੀ ਸਮੱਸਿਆ ਲੈ ਕੇ ਜਿਹਦੇ ਨਾਲ ਨਾ ਕਿ ਸਿਰਫ ਸਾਡੀ ਵਿਰਾਸਤ ਬਟ ਸਾਡੀ ਗਿਣਤੀ ਜੁੜੀ ਹੋਈ ਹੈ। ਜਦੋਂ ਸਿੱਖ ਕੌਮ ਦੀ ਗੱਲ ਆਉਂਦੀ ਹੈ, ਦੁਨੀਆ ਦਾ 5ਵਾਂ 5th ਲਾਰਜੈਸਟ ਰਿਲੀਜਨ, ਉਹਦੇ ਨਾਲ ਨੋ ਡਾਊਟ ਲੋਕੀ ਜੋੜਦੇ ਕਿ ਇਹਨਾਂ ਦੀ ਗਿਣਤੀ ਕਿੰਨੀ ਹੈਗੀ, ਇਸ ਕੌਮ ਦੀ ਕਿੰਨੀ ਗਿਣਤੀ ਹੈਗੀ, ਇਹਨਾਂ ਦੀ ਕਿੰਨੀ ਸਟਰੈਂਥ ਹੈਗੀ, ਬਿਕਾਜ਼ ਸਟਰੈਂਥ ਇਜ਼ ਇਨ ਨੰਬਰਸ ਐਂਡ ਗਿਣਤੀ ਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਸਾਡਾ ਮੈਥ ਲੈਕਿੰਗ ਹੈਗਾ। ਬਿਕਾਜ਼ ਕਿੰਨੇ ਇਹੋ ਜਿਹੇ, ਕਿੰਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਇਹੋ ਜਿਹੇ ਹਨ ਜੋ ਪੁਰਾਣੇ ਸਮੇਂ ਤੋਂ ਸਿੱਖੀ ਸਿਧਾਂਤਾਂ ਦੇ ਨਾਲ ਸ਼ਾਇਦ ਜੁੜੇ ਹੋਏ ਸੀਗੇ ਬਟ ਕਿਤੇ ਨਾ ਕਿਤੇ ਉਹ ਜੁੜਵਾ ਹੋ ਗਏ। ਇਸ ਮਿਸ਼ਨ ਉੱਤੇ ਕੰਮ ਕਰਨ ਲਈ ਅੱਜ ਤੁਹਾਡੇ ਨਾਲ ਇਹ ਲਾਈਵ ਪ੍ਰੋਗਰਾਮ ਅਸੀਂ ਪੇਸ਼ ਕਰੇ, ਇਹਦੇ ਬਾਰੇ ਜਾਣਕਾਰੀ ਦੇਣ ਲਈ ਤੇ ਇਸ ਮਿਸ਼ਨ ਦੇ ਵਿੱਚ ਕੌਣ ਸੇਵਾ ਨਿਭਾ ਰਿਹਾ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਅੱਜ ਗੈਸਟ ਸਟੂਡੀਓ ਪਹੁੰਚੇ ਹਨ, ਤੁਹਾਡੇ ਨਾਲ ਲਾਈਵ ਜੁੜੇ ਹਨ ਜਸ ਪੰਜਾਬੀ ਤੇ ਇਸ ਮੰਚ ਤੇ ਸਾਡੇ ਨਾਲ ਜੁੜ ਕੇ ਉਹਨਾਂ ਦਾ ਸਵਾਗਤ ਕਰੋ। ਸਭ ਤੋਂ ਪਹਿਲੇ ਬਾਬਾ ਮੱਖਣ ਸ਼ਾਹ ਲੁਬਾਨਾ ਗੁਰਦੁਆਰਾ ਸਾਹਿਬ 114 ਸਟਰੀਟ ਤੇ, ਜੋ ਕਿ ਰਿਚਮੰਡ ਹਿੱਲ ਦੇ ਵਿੱਚ ਨਿਊਯਾਰਕ ਦੇ ਵਿੱਚ ਹੈਗਾ, ਉਹਨਾਂ ਦੀ ਪੂਰੀ ਟੀਮ ਅੱਜ ਸਾਡੇ ਨਾਲ ਪਹੁੰਚੀ ਹੋਈ ਹੈ। ਸਾਰਿਆਂ ਨੂੰ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਸਟਰ ਸਾਹਿਬ ਮੋਹਿੰਦਰ ਸਿੰਘ ਜੀ, ਦਲੇਰ ਸਿੰਘ ਜੀ ਪ੍ਰਧਾਨ ਸਾਹਿਬ, ਗੁਰਮੇਸ਼ ਸਿੰਘ ਜੀ, ਵਰਿੰਦਰਪਾਲ ਸਿੰਘ ਜੀ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸਟੂਡੀਓ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਇੱਕ ਬਹੁਤ ਹੀ ਇੰਪੋਰਟੈਂਟ ਮਿਸ਼ਨ ਬਾਰੇ ਜਾਣਕਾਰੀ ਲੈ ਕੇ ਅੱਜ ਤੁਸੀਂ ਸਾਰੇ ਇੱਥੇ ਪਹੁੰਚੇ ਹੋ। ਮਾਸਟਰ ਸਾਹਿਬ, ਮੈਂ ਚਾਹਾਂਗੀ ਕਿ ਤੁਸੀਂ ਵਿਊਅਰਸ ਨੂੰ ਦੱਸੋ ਇਸ ਮਿਸ਼ਨ ਦੀ, ਇਸ ਕੌਮ ਦੇ ਵਿੱਚ ਜੋ ਜੁਦਾ ਹੋਏ ਹੈ ਪੁਰਾਣੇ ਸਿੱਖ, ਉਹਨਾਂ ਦੇ ਬਾਰੇ ਕੀ ਤੁਸੀਂ ਸਾਨੂੰ ਬੈਕਗਰਾਉਂਡ ਦੱਸ ਸਕਦੇ ਹੋ? ਦੇਖੋ, ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸਿੱਖ ਕੌਮ ਦਾ ਪਹਿਲਾ ਰਾਜਾ ਹੈ, ਇਸ ਨੇ ਪੰਜਾਬ ਵਿੱਚ ਸਿੱਖ ਰਾਜ ਜਿਹੜਾ ਸਥਾਪਿਤ ਕੀਤਾ ਔਰ ਉਹਨਾਂ ਦੀ ਜਿਹੜੀ ਅੰਤਮ ਲੜਾਈ ਹੈ ਉਹ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ, ਜਿਹੜੇ ਕਿ ਉਸ ਵੇਲੇ ਦੇ ਸ਼ਾਸਕ ਸੀ, ਉਹ ਉਹਨਾਂ ਦੀ ਬੜੀ ਵੱਡੀ ਫੌਜ ਜਿਹੜੀ ਹੈ ਉਹ ਦੱਖਣ ਤੋਂ 2.5 ਲੱਖ ਦੀ ਫੌਜ ਲੈ ਕੇ ਆਇਆ ਸੀ ਅਤੇ ਇੱਥੋਂ ਦੇ ਜਿਹੜੇ ਹੋਰ ਉਹਨਾਂ ਦੇ ਅਹਿਲਕਾਰ ਸੀ, ਉਹਨਾਂ ਦੀਆਂ ਫੌਜਾਂ ਵੀ ਜੁੜੀਆਂ ਔਰ ਇਸ ਕੌਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਹੈ ਉਹ ਹਾਰ ਹੋਈ ਔਰ ਬਹੁਤ ਸਾਰੇ ਸਿੱਖ ਜਿਹੜੇ ਨੇ ਉਹਨਾਂ ਨੇ ਕੈਦੀ ਬਣਾ ਲਏ ਔਰ ਕਿਸ ਤਰ੍ਹਾਂ ਉਹਨਾਂ ਨੂੰ ਦਿੱਲੀ ਦੇ ਵਿੱਚ ਜਥਿਆਂ ਦੇ ਰੂਪ ਵਿੱਚ ਹਰ ਰੋਜ਼ ਉਹਨਾਂ ਦਾ ਕਤਲ ਕੀਤਾ ਗਿਆ। ਔਰ ਜਿਹੜੇ ਜ਼ਰੂਰੀ ਹੈ ਵੀ ਜਿਹੜੇ ਕਾਬਜ਼ ਹੁੰਦੇ ਨੇ ਉਹ ਫਿਰ ਜਿਹੜੇ ਹਰ ਜਾਂਦੇ ਨੇ ਉਹਨਾਂ ਦੇ ਲੋਕਾਂ ਨੂੰ ਉਹ ਤੰਗ ਕਰਦੇ ਨੇ, ਉਹਨਾਂ ਨੂੰ ਦੂਰ ਦਰਾਡੇ ਇਲਾਕਿਆਂ ਵੱਲ ਲੈ ਗਏ ਔਰ ਉਹਨਾਂ ਦਾ ਜਿਹੜਾ ਇਕਨੋਮਿਕ ਸਿਸਟਮ ਸੀ, ਆਰਥਿਕ ਢੰਗ ਜਿਹੜਾ ਸੀ, ਉਸ ਨੂੰ ਉਹਨਾਂ ਨੇ ਬੁਰੀ ਤਰ੍ਹਾਂ ਖ਼ਤਮ ਕੀਤਾ। ਔਰ ਮੇਨਲੀ ਵਣਜਾਰੇ ਜਿਹੜੇ ਨੇ ਉਹ ਗੁਰੂ ਸਾਹਿਬ ਦੀਆਂ ਫੌਜਾਂ ਦੇ ਹਥਿਆਰ ਬਣਾਉਂਦੇ ਸੀ ਔਰ ਕਈ ਬੜੇ ਬੜੇ ਵੱਡੇ ਯੋਧੇ ਜਿਹੜੇ ਨੇ ਵੀ ਉਹ ਵੀ ਵਣਜਾਰਿਆਂ ਦੇ ਵਿੱਚ ਹੋਏ ਨੇ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਨਾਲ ਵੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਵੀ ਬੜਾ ਉੱਘਾ ਯੋਗਦਾਨ ਜਿਹੜਾ ਪਾਇਆ ਔਰ ਉਹਨਾਂ ਨੂੰ ਦੂਰ ਦਰਾਡੇ ਇਲਾਕੇ ਵਿੱਚ ਫੈਲਾ ਦਿੱਤਾ ਅਤੇ ਉਹਨਾਂ ਨੂੰ ਮਤਲਬ ਆਪਣਾ ਪਿੰਡ ਛੱਡਣ, ਜਿਸ ਪਿੰਡ 'ਚ ਵਸਾਇਆ ਉਹਨੂੰ ਪਿੰਡ ਛੱਡਣ ਦੀ ਆਗਿਆ ਨਹੀਂ ਸੀ ਅਤੇ ਉਹਨਾਂ ਦਾ ਜਿਹੜਾ ਆਰਥਿਕ ਨਿਰਵਾਹ ਦਾ ਢੰਗ ਸੀ ਉਸ ਨੂੰ ਬਿਲਕੁਲ ਤਹਿਸ ਨਾਸ ਕਰ ਦਿੱਤਾ ਔਰ ਦੂਰ ਦੇ ਕਾਰਨ ਔਰ ਸਮਾਂ ਪੈਣ ਦੇ ਕਾਰਨ ਉਹਨਾਂ ਦਾ ਪੰਜਾਬ ਨਾਲੋਂ ਲਿੰਕ ਟੁੱਟ ਗਿਆ ਔਰ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਦੀ ਸਾਰ ਜਿਹੜੀ ਹੈ ਉਹ ਨਾ ਲਈ ਅਤੇ ਉਹਦੇ ਨਾਲ ਉਹ ਹੁਣ ਭੁੱਲੇ ਵਿਸਰੇ ਕਬੀਲੇ ਬਣ ਗਏ ਨੇ, ਜਿਨ੍ਹਾਂ ਨੂੰ ਆਪਣਾ ਪਿਛੋਕੜ ਕੁਛ ਯਾਦ ਹੈ ਲੇਕਿਨ ਉਹਨਾਂ ਨੂੰ ਸਾਰੀਆਂ ਗੱਲਾਂ ਜਿਹੜੀਆਂ ਯਾਦ ਨਹੀਂ ਹੈ। ਔਰ ਤੁਸੀਂ ਦੇਖੋ ਨਾ, ਗੁਰੂ ਨਾਨਕ ਸਾਹਿਬ ਨੇ ਦੇ ਸ਼ਿਸ਼ ਜਿਹੜੇ ਨੇ, ਗੁਰੂ ਨਾਨਕ ਸਾਹਿਬ ਦੇ ਜਿਹੜੇ ਭਗਤ ਨੇ ਉਹ ਪੂਰੇ ਭਾਰਤ ਵਿੱਚ ਫੈਲੇ ਹੋਏ ਨੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ 5 ਪਿਆਰੇ ਨੇ ਉਹ ਵੀ ਭਾਰਤ ਦੇ ਵੱਖਰੇ ਵੱਖਰੇ ਪ੍ਰਾਂਤਾਂ ਵਿੱਚੋਂ, ਆਲਮੋਸਟ ਸਾਰੇ ਭਾਰਤ ਵਿੱਚੋਂ ਸਿੱਖ ਜਿਹੜੇ ਨੇ ਉਹ 5 ਪਿਆਰਿਆਂ 'ਚ ਸ਼ਾਮਲ ਹੋਏ। ਇਹਦਾ ਮਤਲਬ ਸਿੱਖੀ ਦਾ ਫੈਲਾਅ ਜਿਹੜਾ ਹੈ ਗੁਰੂ ਸਾਹਿਬ ਦੇ ਵੇਲੇ ਬਹੁਤ ਸਾਰੇ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਸੀ, ਪਰ ਲੇਟਰ ਔਨ ਕੁਝ ਵਕਤ ਦੀ ਕਮੀ ਕਰਕੇ, ਕੁਝ ਲੀਡਰਸ਼ਿਪ ਦੀ ਘਾਟ ਕਰਕੇ ਉਹ ਜਿਹੜਾ ਸਾਰਾ ਮੋਮੈਂਟਮ ਸੀ ਉਸ ਨੂੰ ਅਸੀਂ ਚਾਲੂ ਨਾ ਰੱਖ ਸਕੇ ਅਤੇ ਜਿਹੜੇ ਦੂਰ ਚਲੇ ਗਏ ਉਹਨਾਂ ਦੇ ਸਿੱਖ ਧਰਮ ਦੇ ਨਾਲੋਂ ਜਿਹੜਾ ਸੰਬੰਧ ਹੈ ਉਹ ਹੌਲੀ ਹੌਲੀ ਟੁੱਟਦਾ ਗਿਆ ਜਾਂ ਕਮਜ਼ੋਰ ਪੈਂਦਾ ਗਿਆ ਔਰ ਉੱਥੋਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਆਪਣੇ ਉਹਨਾਂ ਸਿੱਖਿਆਵਾਂ ਨੂੰ ਭੁੱਲ ਗਏ। ਲੇਕਿਨ ਉੱਥੇ ਦੇ ਲੋਕ ਹਾਲੇ ਵੀ ਬਾਬੇ ਨਾਨਕ ਨੂੰ ਯਾਦ ਕਰਦੇ ਨੇ ਔਰ ਕੋਈ ਵੀ ਉਹਨਾਂ ਦਾ ਜਿਹੜਾ ਫੰਕਸ਼ਨ ਹੈ, ਸਮਾਜਿਕ ਹੋਵੇ, ਧਾਰਮਿਕ, ਰਾਜਨੀਤਿਕ, ਉਹਦੇ ਵਿੱਚ ਉਹ ਬਾਬੇ ਦੇ ਨਾਂ ਦਾ ਰੁਪਈਆ ਹਾਲੇ ਵੀ ਕੱਢਦੇ ਨੇ। ਔਰ ਮੈਂ ਐਤਕੀ ਗਿਆ ਉੱਥੇ ਟਾਂਡਾ ਗੋਦੜੀ ਵਿੱਚ, ਉੱਥੇ ਬਜ਼ੁਰਗ ਆਦਮੀ ਜਿਹੜੇ ਨੇ ਹਾਲੇ ਤੱਕ ਵੀ ਪੂਰੀ ਅਰਦਾਸ ਸਾਹਿਬ ਜਿਹੜੀ ਅਸੀਂ ਰੋਜ਼ ਸਵੇਰੇ ਗੁਰਦੁਆਰੇ ਕਰਨੇ ਆ ਉਹਨਾਂ ਨੂੰ ਜ਼ੁਬਾਨੀ ਯਾਦ ਹੈ
ਤੇ ਉਹ ਹਾਲੇ ਵੀ ਗੁਰੂ ਨਾਨਕ ਦੀ ਜੈ ਕਰਦੇ ਨੇ। ਜੀ ਸੋ ਦਲੇਰ ਸਿੰਘ ਜੀ, ਮੈਂ ਚਾਹਾਂਗੀ ਕਿ ਉਸ ਟਾਈਮ ਤੋਂ ਲੈ ਕੇ ਹਜੇ ਤੱਕ ਕੀ ਬਣਿਆ ਇਨ ਵਣਜਾਰਿਆਂ ਦਾ, ਇਸ ਇੰਨੀ ਵੱਡੀ ਗਿਣਤੀ ਦਾ ਜੋ ਆਲ ਓਵਰ ਇੰਡੀਆ ਵੀ, ਇੰਡੀਆ ਤੋਂ ਬਾਹਰ ਵੀ ਮੁਲਕਾਂ ਦੇ ਵਿੱਚ ਫੈਲੇ ਹੋਏ ਹੈ। ਤੁਸੀਂ ਮੈਨੂੰ ਦੱਸ ਰਹੇ ਸੀ ਸ਼ੋਅ ਤੋਂ ਪਹਿਲੇ, ਕਈ ਤਾਂ ਇੰਨੀ ਮਤਲਬ ਗਰੀਬੀ ਦੇ ਵਿੱਚ ਰਹਿੰਦੇ ਹੈ, ਜੰਗਲਾਂ ਦੇ ਵਿੱਚ ਰਹਿੰਦੇ ਹੈ। ਅੱਜ ਦੀ ਡੇਟ ਦੇ ਵਿੱਚ ਇਹਨਾਂ ਦਾ ਕੀ, ਇਹਨਾਂ ਦੀ ਹਾਲਾਤ ਹੈਗੀ ਤੇ ਕੀ ਤੁਸੀਂ ਕਰ ਰਹੇ ਹੋ ਇਹਨਾਂ ਨੂੰ ਸਿੱਖੀ ਵੱਲ ਤੋਰਨ ਲਈ, ਵਾਪਸ ਜੋੜਨ ਲਈ ਸਿੱਖੀ ਸਿਧਾਂਤਾਂ ਦੇ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਉਹਨਾਂ ਦੇ ਜਿਹੜੇ ਪੁਰਵਜਾਂ ਨੇ ਜੋ ਉਹਨਾਂ ਨੇ ਕੀਤਾ ਉਹ ਅਸੀਂ ਬੁੱਕਾਂ ਦੇ ਵਿੱਚ ਲਿਖ ਕੇ ਇਤਿਹਾਸ ਪੂਰਾ ਉਹਨਾਂ ਤੱਕ ਪਹੁੰਚਾ ਰਹੇ ਹਾਂ ਵੀ ਤੁਸੀਂ ਕੌਣ ਹੋ, ਤੁਹਾਡਾ ਮੁੱਢ ਕੀ ਹੈ, ਤੁਸੀਂ ਕੀ ਬਣਨਾ ਚਾਹੁੰਦੇ ਹੋ ਔਰ ਕੀ ਤੁਸੀਂ ਬਣ ਰਹੇ ਹੋ, ਤੇ ਜਾਂ ਤੁਹਾਡਾ ਸਟੈਂਡ ਕੀ ਹੈ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਲਈ ਕੀ ਕੀਤਾ ਤੇ ਤੁਸੀਂ ਅੱਜ ਸਿੱਖ ਹੋ ਤੇ ਸਿੱਖੀ ਨਾਲ ਹੀ ਜੁੜੇ ਰਹੋ। ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਦੀ ਗੱਲ ਆਉਂਦੀ ਹੈ, ਇਹ ਜਦੋਂ ਨੰਦੇੜ ਤੋਂ ਚੱਲੇ ਸੀਗੇ, ਇਹਨਾਂ ਦੇ ਨਾਲ ਕੋਈ ਚੰਦ ਪੰਜ ਪਿਆਰੇ ਤੇ ਉਹ ਚੰਦ ਸਿੱਖ ਦੇ ਕੇ ਭੇਜੇ ਸੀ। ਇਹ ਕਾਫਲਾ ਜਿਹੜਾ ਜੁੜਦਾ ਗਿਆ, ਜੇ ਤੁਸੀਂ ਇਤਿਹਾਸ ਪੜ੍ਹੋ, ਜਦੋਂ ਜੀਂਦ ਦੇ ਕੋਲ ਆਏ ਉੱਥੇ ਜਿੰਨਾ ਵੀ ਵਣਜਾਰੇ ਲਵਾਣੇ ਸਿੰਘ ਸੀ ਇਹਨਾਂ ਨੇ ਸਾਥ ਦਿੱਤਾ ਔਰ ਸਾਰਾ ਵਹਾਇਆ, ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਮਿਸ਼ਨ ਦੇ ਕੇ ਗੁਰੂ ਸਾਹਿਬ ਜੀ ਨੇ ਤੋਰਿਆ ਉਹਨਾਂ ਪੂਰਾ ਕੀਤਾ। ਉਹਨਾਂ ਨੇ ਜਿਹੜੀ ਸਰਹੰਦ ਦੀ ਇੱਟ ਖੜਕਾਈ, ਚੱਪੜ ਚਿੜੀ 'ਚ ਜਿਹੜਾ ਘਮਸਾਨ ਦਾ ਯੁੱਧ ਹੋਇਆ, ਕਾਫੀ ਉੱਥੇ ਵੀ ਸਿੱਖ ਕੌਮ ਦਾ ਨੁਕਸਾਨ ਹੋਇਆ, ਲੇਕਿਨ ਫੌਜ ਥੋੜ੍ਹੀ ਹੋਣ ਕਰਕੇ ਫਿਰ ਵੀ ਉਹਨਾਂ ਨੇ ਆਪਣੀ ਜਿੱਤ ਪ੍ਰਾਪਤ ਕੀਤੀਆਂ ਹਰ ਥਾਂ ਤੇ। ਜਿੱਤ ਪ੍ਰਾਪਤ ਕਰਦੇ ਹੋਏ ਜਿਵੇਂ ਆਪਣਾ ਉਹਨਾਂ ਨੂੰ ਜੋ ਮਿਸ਼ਨ ਦੇ ਕੇ ਤੋਰਿਆ ਉਹਨਾਂ ਨੇ ਪੂਰਾ ਕੀਤਾ। ਔਰ ਖਾਸ ਕਰਕੇ ਦੇਣ ਸੀਗੀ ਜਿਹੜੀ ਸ਼ਿਗਲੀਕਰ ਵਣਜਾਰਿਆਂ ਦੀ, ਜਿਹੜੀ ਜਿੰਨੀ ਵੀ ਇਹ ਸਿੰਘ ਸੀਗੇ ਜਿਹੜੇ ਇਸ ਪਾਸੇ ਨੂੰ ਮਾਰਸ਼ਲ ਕੌਮ ਸੀਗੀ ਹੈ, ਔਰ ਇਹਨਾਂ ਨੇ ਬਹੁਤ ਬੇਬਾਕੀ ਨਾਲ ਜੰਗ ਕੀਤੇ, ਹਰ ਥਾਂ ਤੇ ਸ਼ਹੀਦੀ ਦੇਣ ਲੱਗਿਆ ਪਿਛਾ ਨਹੀਂ ਹਟੇ। ਇਤਿਹਾਸ ਪੜ੍ਹ ਕੇ ਦੇਖ ਲਓ, ਭਾਈ ਮਣੀ ਸਿੰਘ ਨੇ ਬੰਦ ਕਟਵਾਏ, ਭਾਈ ਨਗਾਈਆ ਜੀ ਨੇ ਜਿਹੜਾ ਅੰਮ੍ਰਿਤਸਰ ਦੇ ਕੋਲ ਜੰਗ ਹੋਇਆ ਉੱਥੇ ਜੰਗ ਕੀਤਾ, ਔਰ ਜਿਹੜੀਆਂ ਮੀਰ ਮਨੂ ਦੀ ਜੇਲ੍ਹ 'ਚ ਬੰਦ ਕਟਵਾਏ, ਬੱਚਿਆਂ ਦੇ ਹਾਰ ਗਲਾਂ 'ਚ ਪਵਾਏ। ਬਾਬਾ ਮੱਖਣ ਸ਼ਾਹ ਦੀ ਵੱਡੀ ਬੇਟੀ ਸੀਗੀ ਸੀਤੋ ਬਾਈ, ਉਹ ਫਿਰ ਜਦੋਂ ਭਾਈ ਮਣੀ ਸਿੰਘ ਜੀ ਨਾਲ ਉਹਨਾਂ ਦੀ ਸ਼ਾਦੀ ਹੁੰਦੀ ਉਹ ਬਸੰਤ ਕੌਰ ਬਣਦੀ ਹੈ। ਇਹਨਾਂ ਦਾ ਬਹੁਤ ਨਿਵੇਕਲਾ ਇਤਿਹਾਸ ਹੈ, ਬੜਾ ਜੰਗ ਯੁੱਧਾਂ ਨਾਲ ਸੰਘਰਸ਼ ਨਾਲ ਭਰਿਆ ਹੋਇਆ ਇਤਿਹਾਸ ਹੈ। ਔਰ ਸਿੱਖੀ ਨੂੰ ਕਾਇਮ ਰੱਖਣ ਲਈ ਜੇਕਰ ਇੱਧਰੋਂ ਜ਼ਕਰੀਆ ਖਾਨ ਵਰਗੇ ਜਦੋਂ ਹਿੰਦੁਸਤਾਨ 'ਚੋਂ ਲੁੱਟ ਕੇ ਲਿਆਉਂਦੇ ਸੀਗੇ, ਇਹੋ ਹੀ ਅੱਗੂ ਰੋਕ ਕੇ ਉਹਨਾਂ ਦਾ ਸਾਹਮਣਾ ਕਰਦੇ ਸੀ, ਔਰ ਉਹਨਾਂ ਦੀਆਂ ਜਿਹੜੀਆਂ ਬਹੁ ਬੇਟੀਆਂ ਬਚਾ ਕੇ ਬਾਕੀ ਘਰਾਂ 'ਚ ਪਹੁੰਚਾਉਂਦੇ ਸੀ। ਅੱਜ ਉਹ ਸਾਡੇ ਤੋਂ ਵਸਾਰੇ ਗਏ, ਸਾਡੀ ਨਲਾਇਕੀ ਕਰਕੇ ਜਾਂ ਸਾਡੇ ਲੀਡਰਾਂ ਦੀ ਨਲਾਇਕੀ ਕਰਕੇ ਅਸੀਂ ਇਹਨਾਂ ਨੂੰ ਗਲੇ ਨਾਲ ਨਹੀਂ ਲਾਇਆ। ਹੁਣ ਅਸੀਂ ਜਦੋਂ ਉੱਥੇ ਗਏ, ਜਦੋਂ ਪ੍ਰੋਗਰਾਮ 'ਚ ਅਸੀਂ ਗਏ, ਤੇ ਉਹ ਪ੍ਰੋਗਰਾਮ 'ਚ ਇਵੇਂ ਹੋਇਆ ਵੀ ਜਿਵੇਂ ਸਾਨੂੰ ਆਪਣੇ ਮਿਲੇ, ਵੀ ਸਾਡੇ ਵਿਛੜੇ ਹੋਏ ਜਿਹੜੇ ਭੈਣ ਭਰਾ ਨੇ ਸਾਨੂੰ ਮਿਲੇ, ਤਾਂ ਮਨ ਬਹੁਤ ਭਰਿਆ ਵੀ ਅਸੀਂ ਕਿੱਥੇ ਖੜ੍ਹੇ ਹਾਂ। ਇਹ ਸਾਰਾ ਕੁਝ ਤਾਂ ਹੋ ਸਕਿਆ ਵੀ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਗੁਰਦੁਆਰੇ ਹਨ ਸਾਰਿਆਂ ਨੇ ਸਾਡਾ ਸਾਥ ਦਿੱਤਾ, ਔਰ ਜਿੰਨੇ ਵੀ ਇੱਥੇ ਦੀ ਸੰਗਤ ਸੀ ਉਹਨਾਂ ਸਾਥ ਦਿੱਤਾ, ਸਾਨੂੰ ਤਿਲ ਫੁੱਲ ਦੇ ਕੇ ਤੋਰਿਆ ਵੀ ਇਹ ਕੰਮ ਕੀਤਾ। ਦੇਖੋ ਤੁਹਾਨੂੰ ਪਤਾ ਹੈ, ਜਿਹੜਾ ਰਾਜ ਭਾਗ ਦੀ ਜੇ ਗੱਲ ਅਸੀਂ ਕਰਨੇ ਹਾਂ ਤਾਂ ਉੱਥੇ ਗਿਣਤੀ ਵੇਖੀ ਜਾਂਦੀ, ਹਰ ਚੀਜ਼ ਵੇਖੀ ਜਾਂਦੀ ਹੈ। ਅਸੀਂ ਦੇਖੋ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਕਾਇਮ ਰੱਖਣਾ ਹੈ, ਹੋਰ ਨਾਲ ਅਸੀਂ ਇਹਨਾਂ ਨੂੰ ਜੋੜ ਕੇ ਸਿੱਖੀ ਵਾਲੇ ਪਾਸੇ ਲਿਆ ਕੇ ਪ੍ਰੇਰਿਤ ਕਰਕੇ ਤੇ ਅਸੀਂ ਆਪਣੀ ਗਿਣਤੀ ਵੀ ਵਧਾਉਣੀ ਹੈ। ਇਹ 20-22 ਕਰੋੜ ਜਿਹੜੇ ਅਸੀਂ ਜਿੱਥੇ ਤੱਕ ਵੇਖਿਆ ਵੀ 20-22 ਕਰੋੜ ਹੈਗੇ ਨੇ, ਅੱਜ ਤੱਕ ਹੋਰ ਜ਼ਿਆਦਾ ਨੇ। ਹਾਲੇ ਤਾਂ ਸਿਰਫ ਤੁਸੀਂ ਮੈਨੂੰ ਦੱਸ ਰਹੇ ਸੀ 19 ਸਟੇਟਾਂ ਦੀ ਇਹ ਗਿਣਤੀ ਹੈਗੀ, ਤੇ ਪੂਰੀ ਸਟੇਟਾਂ ਦੀ ਗਿਣਤੀ ਵੀ ਨਹੀਂ ਹੋਈ, ਤੇ ਇੰਡੀਆ ਤੋਂ ਬਾਹਰ ਵੀ ਇਰਾਨ, ਅਫਗਾਨਿਸਤਾਨ, ਹੋਰ ਮੁਲਕਾਂ ਦੇ ਵਿੱਚ ਵੀ ਇਹਨਾਂ ਦੀ ਗਿਣਤੀ ਹੈ। ਹਾਂਜੀ, ਇਹ ਬਹੁਤ ਈਰਾਨ ਦੇ ਵਿੱਚ ਵੀ ਹੈਗੇ ਹੈ। ਉੱਥੇ ਇੱਕ ਪਿੰਡ ਹੈਗਾ ਜਿਹੜਾ ਕਾਫੀ ਵੱਡਾ ਕਸਬਾ ਹੈਗਾ, ਜਿੱਥੇ ਅੱਜ ਤੱਕ ਵੀ ਉਹਨਾਂ ਨੂੰ ਯਾਨੀ ਕਿ ਖੁਦਾ ਦੇ ਬੰਦੇ ਕਹਿ ਕੇ ਉਹਨਾਂ ਨੂੰ ਮੰਨਿਆ ਜਾਂਦਾ, ਔਰ ਉਹਨਾਂ 'ਤੇ ਕੋਈ ਸ਼ਰ੍ਹਾ ਲਾਗੂ ਨਹੀਂ ਹੈਗੀ। ਕੀਨੀਆ ਦਾ ਜਿਹੜਾ ਪਾਰਲੀਮੈਂਟ ਹੈ ਹਾਊਸ ਹੈ, ਉਹ ਵੀ ਬਾਬਾ ਮੱਖਣ ਸ਼ਾਹ ਦੇ ਨਾਂ ਦਾ ਉਹ ਪਾਰਲੀਮੈਂਟ, ਲੱਖੀ ਸ਼ਾਹ ਵਣਜਾਰੇ ਦਾ ਪਾਰਲੀਮੈਂਟ ਹਾਊਸ ਉੱਥੇ ਲਿਖਿਆ ਅੱਜ ਤੱਕ ਉਹਨਾਂ ਦਾ, ਕਿਉਂਕਿ ਉਹਨਾਂ ਦੇ ਜਿਹੜੇ ਬੇੜੇ ਜਾਂਦੇ ਸੀਗੇ, ਵਪਾਰ ਜਾਂਦਾ ਸੀਗਾ, ਉੱਥੇ ਰਹਿੰਦੇ ਸੀ, ਉਹਨਾਂ ਦੇ ਮਹਿਲ ਸੀਗੇ। ਲੇਕਿਨ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਵਸਾਰ ਦਿੱਤਾ, ਜਿਹਦੇ ਕਰਕੇ ਸਾਨੂੰ ਹੁਣ ਮੂੰਹ ਦੀ ਖਾਣੀ ਪਈ। ਅਸੀਂ ਇਸ ਕਰਕੇ ਸਾਰਿਆਂ ਨੂੰ ਇਹੋ ਅਪੀਲ ਕਰਦੇ ਆ, ਆਓ ਆਪਾਂ ਜਾਤ ਬਲਾਦਰੀ 'ਚ ਨਾ ਪਈਏ। ਜਿਹੜੇ ਸਾਡੇ ਭੈਣ ਭਰਾ ਸਾਡੇ ਤੋਂ ਵਿਛੜੇ ਨੇ, ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਈਏ, ਉਪਰਾਲੇ ਕਰੀਏ। ਜੇ ਤੁਸੀਂ ਅੱਗੇ ਲੱਗ ਕੇ ਕਰਨਾ ਚਾਹੁੰਦੇ ਹੋ, ਅਸੀਂ ਤੁਹਾਡਾ ਸਾਥ ਦਿਆਂਗੇ, ਤੁਸੀਂ ਅੱਗੇ ਹੋ ਕੇ ਕਰੋ। ਇਹਦੇ 'ਚ ਨਾਂ ਦੀ ਗੱਲ ਨਹੀਂ, ਇਹਦੇ ਸਿੱਖੀ ਦੀ ਗੱਲ ਹੈ। ਅਸੀਂ ਸਿੱਖੀ ਦੇ ਬੂਟੇ ਨੂੰ, ਗੁਰੂ ਨਾਨਕ ਦਾ ਲਾਇਆ ਬੂਟਾ ਕਿਵੇਂ ਵਧਾ ਸਕਦੇ ਹਾਂ, ਪ੍ਰਫੁੱਲਤ ਕਰ ਸਕਦੇ ਹਾਂ, ਜੇ ਸਾਰੇ ਦਾ ਸੰਯੋਗ ਹੋਗਾ, ਸਾਰੇ ਜਣੇ ਰਲ ਕੇ ਦੇਣਗੇ, ਜਿਵੇਂ ਆਪਾਂ ਸਾਰੇ ਰਲ ਕੇ ਵਰਕ ਕਰਨਗੇ, ਤੇ ਅਸੀਂ ਉਸ ਬੂਟੇ ਨੂੰ ਫਿਰ ਪ੍ਰਫੁੱਲਤ ਕਰ ਸਕਦੇ ਹਾਂ।
ਬਿਲਕੁਲ ਬਿਲਕੁਲ ਦਲੇਰ ਸਿੰਘ ਜੀ, ਤੁਸੀਂ ਉਸ ਸਿੱਖੀ ਦੀ ਬੂਟੇ ਦੀ ਗੱਲ ਕਰ ਰਹੇ ਹੋ। ਕਿਸ ਤਰ੍ਹਾਂ ਇੱਥੇ ਦੀ ਸੰਗਤਾਂ, ਸਾਡੇ ਦਰਸ਼ਕ ਜੋ ਜੁੜੇ ਹੋਏ ਹਨ, ਕਿਸ ਤਰ੍ਹਾਂ ਤੁਸੀਂ ਵੀ ਇਨਵੋਲਵ ਹੋ ਸਕਦੇ ਹੋ ਇਸ ਮਿਸ਼ਨ ਦੇ ਵਿੱਚ, ਆਪ ਦੀ ਸਪੋਰਟ ਪਾ ਸਕਦੇ ਹੋ। ਇੱਕ ਤਾਂ ਸਕਰੀਨ ਤੇ ਲਿਖੇ ਹੋਏ ਨੰਬਰ ਨੂੰ ਜ਼ਰੂਰ ਨੋਟ ਕਰ ਲਓ। ਦਲੇਰ ਸਿੰਘ ਜੀ ਦਾ ਇੱਕ ਡਾਇਰੈਕਟ ਕੰਟੈਕਟ ਹੈਗਾ, ਇਹਦੇ ਉੱਤੇ ਤੁਹਾਨੂੰ ਹੋਰ ਜਾਣਕਾਰੀ ਮਿਲ ਸਕਦੀ ਹੈ। ਬਟ ਇਸ ਮਿਸ਼ਨ ਨੂੰ ਲੈ ਕੇ ਕੀ ਕੁਝ ਔਨ ਦ ਗਰਾਊਂਡ ਆਲਰੇਡੀ ਸੇਵਾਵਾਂ ਚੱਲ ਰਹੀਆਂ, ਉਹਨਾਂ ਦੇ ਬਾਰੇ ਵੀ ਹੋਰ ਜਾਣਕਾਰੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਨੂੰ ਸਵਾਗਤ ਕਰਦੇ ਹਾਂ। ਲਾਈਵ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਤੇ ਅੱਜ ਸਾਡੇ ਸਟੂਡੀਓ ਪਹੁੰਚੇ ਹਨ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੋਬਾਨਾ ਤੋਂ ਸਾਰੀ ਟੀਮ ਪਹੁੰਚੀ ਹੈ। ਆਫ ਕੋਰਸ ਮਾਸਟਰ ਸਿੰਘ ਜੀ, ਦਲੇਰ ਸਿੰਘ ਜੀ, ਗੁਰਮੇਜ ਸਿੰਘ ਜੀ ਅਤੇ ਵਰਿੰਦਰਪਾਲ ਸਿੰਘ ਜੀ। ਗੁਰਮੇਜ ਸਿੰਘ ਜੀ, ਇਸ ਮਿਸ਼ਨ ਨੂੰ ਲੈ ਕੇ ਜੋ ਵਣਜਾਰਨ ਹੈਗੇ ਉਹਨਾਂ ਦੀ ਗੱਲ ਹੋ ਰਹੀ ਹੈ। 22 ਕਰੋੜ ਦੀ ਤਾਂ ਹਾਲੇ ਤੱਕ ਲਗਭਗ ਦੀ ਗਿਣਤੀ ਹੈ, ਸਿਰਫ ਤਾਂ ਸਿਰਫ 19 ਸਟੇਟਾਂ ਤੋਂ। ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਹ ਕਮਿਊਨਿਟੀਜ਼ ਵਸ ਰਹੀਆਂ, ਪਰ ਜਦੋਂ ਅਸੀਂ ਕਹਿੰਦੇ ਹਾਂ ਵਸ ਰਹੇ ਹੈ, ਉਹ ਚੰਗੀ ਟਰਮ ਨਹੀਂ ਹੁੰਦੀ, ਬਿਕੋਜ਼ ਇਹਨਾਂ ਦੇ ਵਿੱਚ ਇੰਨੀ ਗਰੀਬੀ ਹੈ ਤੇ ਇਹਨਾਂ ਨੂੰ ਸਪੋਰਟ ਨਹੀਂ ਦਿੱਤੀ ਗਈ, ਕਿਸੇ ਨੇ ਇਹਨਾਂ ਦਾ ਹੱਥ ਨਹੀਂ ਫੜਿਆ। ਗੁਰਮੇਜ ਸਿੰਘ ਜੀ, ਇਸ ਮਿਸ਼ਨ ਨੂੰ ਲੈ ਕੇ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ? ਔਨ ਦਾ ਗਰਾਊਂਡ ਕੀ ਕੁਝ ਹੋ ਰਿਹਾ ਹੈ? ਵੈਸੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਅੱਜ ਇਸ ਪਾਸੇ ਲੱਗੀਆਂ ਹੋਈਆਂ ਨੇ, ਪਰ ਉਹ ਛੋਟੇ ਛੋਟੇ ਲੈਵਲ ਦੇ ਕੰਮ ਹੋ ਰਿਹਾ। ਤੇ ਜਦੋਂ ਹੁਣ ਅਸੀਂ ਜਾ ਕੇ ਆਪ ਟਾਂਡਾ ਗੋਦਰੀ, ਜਿੱਥੇ ਵਣਜਾਰਾ ਕੁੰਭ ਲੱਗਿਆ ਸੀ, 5 ਦਿਨ ਦਾ ਉਹਨਾਂ ਦਾ ਕੁੰਭ ਦਾ ਉਹ ਬਣਿਆ ਹੋਇਆ ਸੀ, ਜਿੱਥੇ ਬਹੁਤ 10 ਲੱਖ ਵਣਜਾਰੇ ਇਕੱਠੇ ਹੋਏ ਸੀਗੇ। ਟਾਂਡਾ ਗੋਦਰੀ ਜਿਹੜਾ ਜਲਗਾਓਂ ਡਿਸਟ੍ਰਿਕਟ ਦੇ ਵਿੱਚ, ਮਹਾਰਾਸ਼ਟਰ ਸਟੇਟ ਦੇ ਵਿੱਚ ਹੈਗਾ। ਜਦੋਂ ਉੱਥੇ ਜਾ ਕੇ ਦੇਖਿਆ ਤੇ ਐਦਾਂ ਲੱਗ ਰਿਹਾ ਸੀ ਕਿ ਸਾਰੀ ਦੁਨੀਆ ਹੀ ਵਣਜਾਰਿਆਂ ਦੀ ਹੈ। ਵਾਹ। ਕਿਉਂਕਿ ਉੱਥੇ ਤਾਂ ਭਰਿਆ ਹੀ ਪਿਆ ਸੀ, ਜਿੱਧਰ ਜਾਓ ਤੇ ਵਣਜਾਰੇ ਹੀ ਨਜ਼ਰ ਆ ਰਹੇ ਸਨ। ਤੇ ਜਿੱਥੇ ਉਹਨਾਂ ਦੇ ਸਟੇਜ ਲੱਗੀਆਂ ਹੋਈਆਂ ਸੀ, ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਲੱਗੀ ਹੋਈ ਸੀ ਉੱਪਰ ਜੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਤੇ ਬੰਦਾ ਸਿੰਘ ਬਹਾਦਰ ਦੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀ, ਇਹ ਸਾਰੀਆਂ ਫੋਟੋ ਉੱਥੇ ਲੱਗੀਆਂ ਹੋਈਆਂ ਸੀ, ਉਹਨਾਂ ਨੇ ਜੀ ਪਹਿਲਾਂ ਲਗਾਈਆਂ ਹੋਈਆਂ ਸੀ। ਤੇ ਜਿੱਥੇ ਪ੍ਰਦਰਸ਼ਨੀ ਲੱਗੀ ਹੋਈ ਸੀ, ਉਹਦੇ ਵਿੱਚ ਜਿੰਨੇ ਵੀ ਉਸ ਟਾਈਮ ਦੇ ਸਿੰਘ ਸ਼ਹੀਦ ਹੋਏ ਸਨ, ਭਾਈ ਬਚਿੱਤਰ ਸਿੰਘ ਜੀ, ਭਾਈ ਨਗਾਈਆ ਜੀ, ਤੇ ਆਪਣਾ ਜਿਨ੍ਹਾਂ ਦੇ ਬੰਦ ਕੱਟੇ ਗਏ ਸਨ, ਭਾਈ ਮਨੀ ਸਿੰਘ ਜੀ, ਇਹਨਾਂ ਸਾਰਿਆਂ ਦੇ ਜਿਹੜਾ ਇਤਿਹਾਸ ਹੈ ਉੱਥੇ ਲਿਖ ਕੇ ਲਾਇਆ। ਬਾਬਾ ਮੱਖਣ ਸ਼ਾਹ ਦਾ ਜੀ, ਭਾਈ ਲੱਖੀ ਸ਼ਾਹ ਵਣਜਾਰੇ ਦਾ ਜੀ, ਇਹਨਾਂ ਦਾ ਪੂਰਾ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਨੇ ਫੋਟੋ ਲਾ ਕੇ ਤੇ ਥੱਲੇ ਇਤਿਹਾਸ ਲਿਖਿਆ ਹੋਇਆ ਸੀ। ਜੀ, ਕਿਉਂਕਿ ਇਹ ਪੂਰੀ ਜਿਹੜੀ ਕੌਮ ਹੈ, ਇਹ ਜਦੋਂ ਉਸ ਟਾਈਮ ਜਿਹੜਾ ਪੂਰਾ ਵਪਾਰ ਸੀਗਾ, ਜਿੱਥੇ ਮੱਖਣ ਸ਼ਾਹ ਦਾ ਵਪਾਰ ਜਿਹੜਾ ਸੀ ਉਹ ਬੇੜਿਆਂ ਰਾਹੀਂ ਬਾਹਰਲੇ ਦੇਸ਼ਾਂ 'ਚ ਸੀ, ਕੀਨੀਆ, ਅਫਰੀਕਾ ਤੱਕ। ਹਾਂਜੀ। ਤੇ ਜਿਹੜਾ ਬਾਈ ਰੋਡ ਵਪਾਰ ਸੀ, ਜੀ। ਉਹ ਲੱਖੀ ਸ਼ਾਹ ਵਣਜਾਰੇ ਦਾ ਸੀ, ਜਿਹੜਾ ਇੰਡੀਆ ਦੇ ਵਿੱਚ ਪੂਰਾ ਫੌਜਾਂ ਨੂੰ ਤੇ ਸਾਰਿਆਂ ਨੂੰ ਮਾਲ ਦਿੱਤਾ ਜਾਂਦਾ ਸੀ। ਜੀ, ਤੁਸੀਂ ਇਹ ਹਿਸਾਬ ਲਾ ਲਓ, ਉਸ ਟਾਈਮ ਦੇ ਉਹ ਸਭ ਤੋਂ ਵੱਡੇ ਜਿਹੜੇ ਵਪਾਰੀ ਸਨ। ਜੀ, ਜਿਹਦੇ ਕੋਲ 1 ਲੱਖ ਜਿਹੜੀ ਬੈਲ ਗੱਡੀ ਸੀ ਜਿਹਨੂੰ ਕਹਿੰਦੇ ਆ, ਜੀ, ਤੇ 1 ਲੱਖ ਗੱਡੀ ਦੇ ਨਾਲ 1 ਲੱਖ ਤਾਂ ਉਹਨਾਂ ਦਾ ਹੋਏਗਾ ਜਿਹੜਾ ਉਹਨਾਂ ਨੂੰ ਚਲਾਉਣ ਵਾਲਾ ਸੀ, ਜੀ, ਤੇ ਕਈ ਲੱਖ ਜਿਹੜੇ ਬੰਦੇ ਉਹਨਾਂ ਦੇ ਨਾਲ ਸੀ, ਜਿਹੜੇ ਕੰਮ ਕਰਦੇ ਸੀ, ਮਾਲ ਲਾਉਂਦੇ ਸੀ, ਮਾਲ ਲੱਦਦੇ ਸੀ। ਜੀ। ਕਿੰਨੇ ਲੱਖ ਲੋਕਾਂ ਦਾ ਉਸ ਟਾਈਮ ਤੇ ਉਹ ਜਿਹੜਾ ਬਿਜ਼ਨਸ ਦੇ ਰਹੇ ਸੀ, ਲੋਕਾਂ ਨੂੰ ਕੰਮ ਦੇ ਰਹੇ ਸਨ। ਜੀ, ਇੰਨਾ ਵੱਡਾ ਉਹਨਾਂ ਦਾ ਵਪਾਰ ਸੀ। ਪਰ ਜਦੋਂ ਇਹਨਾਂ ਨੇ ਉਸ ਟਾਈਮ ਤੇ ਗੁਰੂ ਸਾਹਿਬਾਨ ਦੇ ਨਾਲ ਜੰਗਾਂ ਲੜੀਆਂ, ਭਾਈ ਬਚਿੱਤਰ ਸਿੰਘ ਨੇ, ਸਭ ਨੇ, ਇਹ ਸਾਰੇ ਵਣਜਾਰੇ ਸਨ। ਤੇ ਮੈਂ ਉੱਥੇ ਜਾ ਕੇ ਵੀ ਹੈਰਾਨ ਹੋਇਆ, ਜਿਹੜਾ ਸਾਡੇ ਮਿਲਖਾ ਸਿੰਘ ਹੋਇਆ, ਜਿਹੜਾ ਦੌੜ ਦੇ ਵਿੱਚ ਹੋਇਆ ਸੀ, ਉਹ ਵੀ ਵਣਜਾਰਿਆਂ ਵਿੱਚੋਂ ਹੀ ਸੀ, ਉਹਦੀ ਵੀ ਪ੍ਰਦਰਸ਼ਨੀ ਦੇ ਵਿੱਚ ਫੋਟੋ ਲੱਗੀ ਹੋਈ ਸੀ। ਵਾਹ ਜੀ ਵਾਹ। ਤਾਂ ਮੈਂ ਕਈ ਵਾਰੀ ਅਸੀਂ ਕੋਲੋਂ ਜਾਣ ਕੇ ਵੀ ਨਹੀਂ ਪਛਾਣ ਸਕੇ ਵੀ ਇਹ ਲੋਕਾਂ ਦਾ ਪਿਛੋਕੜ ਕੀ ਹੈ। ਜੀ। ਪਰ ਗੁਰਮੇਜ ਸਿੰਘ ਜੀ, ਅਸੀਂ ਹੁਣੇ ਹੀ ਗੱਲ ਕਰ ਰਹੇ ਸੀ ਕਿ ਅਕਸਰ ਇਹ ਦੁੱਖ ਦੀ ਗੱਲ ਅਸੀਂ ਕਰਦੇ ਹਾਂ ਆਪਸ ਵਿੱਚ ਕਿ ਪੰਜਾਬ ਦਾ ਕੀ ਹੋ ਰਿਹਾ, ਪੰਜਾਬ ਦਾ ਕੀ ਫਿਊਚਰ ਰਹਿ ਗਿਆ, ਪੰਜਾਬ ਦੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਦੇ ਲੋਕੀ ਉੱਥੇ ਆ ਕੇ ਵਸ ਰਹੇ ਹੈ, ਉਹਦੇ ਨਾਲ ਸਾਡੀ ਜੜ੍ਹਾਂ ਦਾ ਕੀ ਹੋਏਗਾ, ਇਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਦੇਖੋ, ਅਸੀਂ ਇੱਕ ਨਵੀਂ ਪਲਾਨ ਸ਼ੁਰੂ ਕੀਤੀ ਹੈ। ਮੈਂ ਪਿੱਛੇ ਲਾਈਵ ਟੀਵੀ ਤੇ ਵੀ ਬੋਲਿਆ ਸੀਗਾ। ਅਸੀਂ ਬੜਾ ਰੌਲਾ ਪਾਉਂਦੇ ਹਾਂ ਕਿ ਸਿੱਖ ਬਾਹਰ ਜਾ ਰਹੇ ਨੇ ਤੇ ਭਈਏ ਆ ਕੇ ਵਸ ਰਹੇ ਨੇ, ਪਰ ਅਸੀਂ ਨਹੀਂ ਸੋਚਦੇ ਇਹਦਾ ਜਿਹੜਾ ਉਹ ਮੂਲ ਇਹਦਾ ਕੀ ਹੋ ਸਕਦਾ, ਅਸੀਂ ਕੀ ਉਸ ਦੀ ਜਗ੍ਹਾ ਤੇ ਕਰ ਸਕਦੇ ਹਾਂ ਭਈਆਂ ਦੀ ਥਾਂ ਤੇ। ਕਿਉਂ ਨਾ ਅਸੀਂ ਇਹ ਵਣਜਾਰੇ ਜਿਨ੍ਹਾਂ ਦਾ ਪਿਛੋਕੜ ਸਿੱਖੀ ਨਾਲ ਜੁੜਿਆ ਹੋਇਆ, ਉਹਨਾਂ ਨੂੰ ਲਿਆ ਕੇ ਇੱਥੇ ਵਸਾਇਆ ਜਾਏ। ਤੇ ਅਸੀਂ ਹੁਣ ਇੱਕ ਪਲਾਨ ਬਣਾਈ ਹੈ, ਕੁਛ ਇੱਕ ਲੋਕਾਂ ਨੇ ਨਾਮ ਹੀ ਦਿੱਤੇ ਹੈ ਜੀ, ਤੇ ਜਗ੍ਹਾ ਵੀ ਦਿੱਤੀ ਹੈ।
ਅੱਛਾ ਜੀ ਲਾਈਵ ਤੇ ਅਨਾਉਂਸਮੈਂਟ ਕੀਤੀ ਹੈ ਲੋਕਾਂ ਨੇ ਜੀ ਵੀ ਅਸੀਂ ਜਗ੍ਹਾ ਦੇਵਾਂਗੇ ਤੇ ਅਸੀਂ ਮਕਾਨ ਵੀ ਬਣਾ ਕੇ ਦੇਵਾਂਗੇ। ਜੀ ਜੀ ਤੇ ਅਸੀਂ ਹੁਣ ਅੱਗੋਂ ਇੱਕ ਪਲਾਨ ਕਰ ਰਹੇ ਹਾਂ ਜੀ ਕਿ ਇਹ ਲੋਕਾਂ ਨੂੰ ਉਧਰੋਂ ਲਿਆ ਕੇ ਪੰਜਾਬ ਦੇ ਵਿੱਚ ਵਸਾਇਆ ਜਾਏ। ਇੱਕ ਤਾਂ ਉਹ ਬਸ ਸੋਹਣੇ ਸਿੱਖ ਸੱਜਣਗੇ ਜੀ ਤੇ ਜਿੱਥੇ ਭਈਆਂ ਦਾ ਵਸਾ ਹੋ ਰਿਹਾ ਉੱਥੇ ਕਿਉਂ ਨਾ ਸਿੱਖ ਆ ਕੇ ਵਸਣ ਜੀ। ਤੇ ਇਹ ਪੰਜਾਬ ਜਿਹੜਾ ਹੈ ਫਿਰ ਵਸਦਾ ਰਵੇ। ਜੀ ਤੇ ਪਰ ਉਹਨਾਂ ਦੀ ਇੱਕ ਪ੍ਰੋਬਲਮ ਹੈ ਕਿ ਉਹ ਇਕੱਲੇ ਪਰਿਵਾਰ ਨਹੀਂ ਆਉਣਾ ਚਾਹੁੰਦੇ, ਉਹ ਇਕੱਠੇ ਆਉਣਾ ਚਾਹੁੰਦੇ ਇਕੱਠਾ ਆਉਣਾ ਚਾਹੁੰਦੇ ਨੇ। ਤੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇੱਕ ਪਲਾਨ ਬਣਾਈ ਹੈ ਕਿ ਕਿਉਂ ਨਾ ਅਸੀਂ ਹਰ ਇੱਕ ਪਿੰਡ ਦੇ ਵਿੱਚ 5-5 7-7 10-10 ਘਰ ਵਸਾਏ ਜਾਣ। ਅੱਛਾ ਜੀ ਇਦਾਂ ਦੀ ਪਲਾਨ ਸ਼ੁਰੂ ਕਰ ਰਹੇ ਹਾਂ ਅਸੀਂ ਅੱਛਾ ਜਲਦੀ। ਜੀ, ਅੱਛਾ ਮੇਰੇ ਜੀ। ਕੁਝ ਪਿੰਡਾਂ ਦੇ ਵਿੱਚ ਕਈ ਲੋਕਾਂ ਦੇ ਨਾਂ ਆ ਚੁੱਕੇ ਨੇ ਜਿਹੜੇ 2 ਘਰ 3 ਘਰ 4 ਘਰ ਬਣਾ ਕੇ ਦੇਣਗੇ। ਅੱਛਾ ਜੀ ਹਾਂਜੀ ਤੇ ਅਸੀਂ ਹੁਣ ਇਹ ਜਲਦੀ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਉਹ ਲੋਕਾਂ ਨੂੰ ਲਿਆ ਕੇ ਨੇੜੇ ਦੇ ਪਿੰਡਾਂ ਦੇ ਵਿੱਚ ਵਸਾਇਆ ਜਾਏ। ਗੱਲ ਉਹਨਾਂ ਦੀ ਬਿਲਕੁਲ ਠੀਕ ਹੈ। ਕੱਲ ਨੂੰ ਉਹਨਾਂ ਨੇ ਆਪਣੇ ਰਿਸ਼ਤੇ ਕਰਨੇ ਆ ਬੱਚਿਆਂ ਦੇ ਇੱਧਰ ਉੱਧਰ, ਕਿਉਂਕਿ ਆਣਾ ਜਾਣਾ ਤਾਂ ਉਹਨਾਂ ਦਾ ਪਿੱਛੇ ਨਹੀਂ ਰਹੇਗਾ, ਇੱਥੇ ਹੀ ਵਸਣਗੇ ਤੇ ਇੱਥੇ ਹੀ ਰਹਿਣਗੇ। ਜੀ ਤੇ ਇਸ ਕਰਕੇ ਜਿੱਥੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਤੇ ਇੱਕ ਸਾਡੇ ਲਈ ਤੇ ਪੰਜਾਬ ਲਈ ਵੀ ਇੱਕ ਚੰਗੀ ਗੱਲ ਹੋਏਗੀ ਕਿ ਅਸੀਂ ਆਪਣੇ ਸਿੱਖ ਭਰਾਵਾਂ ਨੂੰ ਲਿਆ ਕੇ ਉੱਥੇ ਵਸਾਵਾਂਗੇ। ਐਂਡ ਇਹਦਾ ਮਤਲਬ ਆਲਰੇਡੀ ਅਸੀਂ ਜਿੱਦਾਂ ਕਹਿ ਸਕਦੇ ਹਾਂ ਸਕਸੈਸ ਸਟੋਰੀ ਜਾਂ ਇਹਦਾ ਅਸੀਂ ਦੇਖਿਆ ਹੋਇਆ ਕੀ ਨਤੀਜਾ ਹੁੰਦਾ ਹੈ। ਨਾਗਪੁਰ ਕਾਲੋਨੀਜ਼ ਦੇ ਵਿੱਚ ਆਲਰੇਡੀ ਇਹ ਸੇਵਾ ਚੱਲ ਰਹੀ ਹੈ। ਤੁਸੀਂ ਮੈਨੂੰ ਦੱਸ ਰਹੇ ਸੀ ਇਹਦੇ ਬਾਰੇ ਹੋਰ ਕੀ ਜਾਣਕਾਰੀ, ਕੀ ਸੇਵਾਵਾਂ ਆਲਰੇਡੀ ਅਸੀਂ ਵੇਖ ਰਹੇ ਹਾਂ ਕਿ ਚੰਗੀ ਤਰ੍ਹਾਂ ਚੱਲ ਰਹੀਆਂ ਇਸ ਪਾਸੇ? ਮੇਨ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਬਾਬਾ ਲੱਖੀ ਸ਼ਾਹ ਬੰਜਾਰਾ ਐਂਡ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਤੇ ਸਿਕਲੀਗਰਾਂ ਦੇ ਸਰਦਾਰਾਂ ਨੇ ਜਿਸ ਮਿਸ਼ਨ ਨੂੰ ਲੈ ਕੇ ਤੁਰੇ ਸਨ ਗੁਰੂ ਨਾਨਕ ਸਾਹਿਬ ਦੇ, ਉਸ ਮਿਸ਼ਨ ਦੀ ਵਿਚਾਰਧਾਰਾ ਨੂੰ ਜਦ ਤੱਕ ਉਹਨਾਂ ਦੇ ਵਿੱਚ ਅਸੀਂ ਨਹੀਂ ਵਸਾਉਂਦੇ, ਉਹਨਾਂ ਨੂੰ ਨਹੀਂ ਦੱਸਦੇ, ਤਦ ਤੱਕ ਉਹਨਾਂ ਨੂੰ ਕਿਧਰੇ ਵੀ ਵਸਾਉਣਾ ਸਾਡੇ ਲਈ ਸੌਖਾ ਨਹੀਂ ਹੋਏਗਾ। ਇਸ ਮਕਸਦ ਨੂੰ ਲੈ ਕੇ ਸਾਡੀ ਟੀਮ ਜਿਹੜੀ ਹੈ ਅੱਜ ਤਕਰੀਬਨ ਕਈ ਸਾਲਾਂ ਤੋਂ 14-15 ਸਾਲਾਂ ਤੋਂ ਅਸੀਂ ਇਸ ਤੇ ਵਰਕ ਕਰ ਰਹੇ ਸੀ ਤੇ ਇਸ ਦੀ ਤੇਜ਼ੀ ਆਈ ਜਦ 2016 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਤੇ ਸਾਡੀ ਟੀਮ ਨੇ ਜਦ ਲੋਹਗੜ੍ਹ ਰਾਜਧਾਨੀ ਦੀ ਖੋਜ ਕੀਤੀ, ਉਸ ਰਾਜਧਾਨੀ ਦੀ ਖੋਜ ਵਿੱਚ ਸਾਨੂੰ ਬਹੁਤ ਸਾਰੇ ਪੱਖ ਸਾਡੇ ਸਾਹਮਣੇ ਆਏ। ਜਿਹੜੀ ਵਰਲਡ ਦੀ ਸਭ ਤੋਂ ਵੱਡੀ ਫੋਰਟ ਜਿਹੜੀ ਹੈ, ਕਿਲਾ ਜਿਹੜਾ ਹੈ ਸੰਸਾਰ ਵਿੱਚ, ਉਸ ਤੋਂ ਵੱਡਾ ਕਿਲਾ ਨਹੀਂ ਹੈ ਜਿਸ ਨੂੰ ਲੋਹਗੜ੍ਹ ਰਾਜਧਾਨੀ ਦੇ ਤੌਰ ਤੇ ਮੰਨਿਆ ਜਾਂਦਾ ਹੈ। ਉਸ ਦੀਆਂ ਦੀਵਾਰਾਂ 3 ਮੀਟਰ ਦੀਆਂ ਨੇ, ਉਹ ਤਕਰੀਬਨ 10 ਕਿਲੋਮੀਟਰ ਦੇ ਏਰੀਏ 'ਚ ਬਣਿਆ ਹੋਇਆ ਹੈ। ਉਹਦੇ 52 ਮੋਰਚਿਆਂ ਦਾ ਜ਼ਿਕਰ ਭਾਈ ਕਾਨ ਸਿੰਘ ਨਾਭਾ ਜੀ ਨੇ ਕੀਤਾ, ਜਿਹਦੇ ਵਿੱਚੋਂ 22 ਮੋਰਚੇ ਅਸੀਂ ਲੱਭੇ ਨੇ, ਜਿਨ੍ਹਾਂ 'ਚ ਕਈ ਨਾਂ ਸਾਡੇ ਸਾਹਮਣੇ ਨੇ। ਅੱਛਾ ਜੀ। ਔਰ ਜਿੱਥੇ ਲੱਖੀ ਸ਼ਾਹ ਬੰਜਾਰਾ ਜੀ ਆਪਣਾ ਟਾਂਡਾ ਲਾਉਂਦੇ ਸਨ, ਉੱਥੇ ਇੱਕ ਖੂਹ ਜ਼ਰੂਰ ਆਪਣਾ ਬਣਵਾਉਂਦੇ ਸਨ। ਔਰ ਉਹ ਤਕਰੀਬਨ ਇਤਿਹਾਸ ਵਿੱਚ ਜ਼ਿਕਰ ਹੈ 500 ਖੂਹ ਦਾ। 500 ਖੂਹ ਉਹਨਾਂ ਨੇ, ਜਦ ਤੱਕ ਆਪਣੀ ਜਗ੍ਹਾ ਨਾ ਹੋਵੇ ਖੂਹ ਨਹੀਂ ਬਣਵਾ ਸਕਦੇ, ਔਰ 500 ਖੂਹ ਬਣਵਾਏ। ਜਿੱਥੇ ਬਾਈ ਸਾਹਿਬ ਨੇ ਦੱਸਿਆ ਕਿ 1 ਲੱਖ ਉਹਨਾਂ ਦੇ, ਸਾਡੇ ਹਿਸਾਬ ਨਾਲ 3.5 ਲੱਖ ਉਹਨਾਂ ਦੇ ਗੱਡੇ ਸਨ, ਔਰ ਹਰ ਟਾਂਡੇ ਵਿੱਚ 3000 ਗੱਡਿਆਂ ਦਾ ਇੱਕ ਕਾਫਲਾ ਹੁੰਦਾ ਸੀ। ਔਰ ਉਹ ਟਾਂਡਾ ਜਿਸ ਜਗ੍ਹਾ ਤੇ ਜਾਂਦਾ ਸੀ, ਅੱਜ ਵੀ ਅਫਰੀਕਨ ਕੰਟਰੀਆਂ ਦੇ ਅੰਦਰ ਟਾਂਡੇ ਨੇ, ਅਰਬ ਕੰਟਰੀਆਂ ਦੇ ਅੰਦਰ ਟਾਂਡੇ ਨੇ, ਇੰਡੋਨੇਸ਼ੀਆ ਦੇ ਅੰਦਰ ਟਾਂਡੇ ਨੇ, ਔਰ ਬਰਮਾ ਦੇ ਅੰਦਰ ਟਾਂਡੇ ਤੁਹਾਨੂੰ ਮਿਲਣਗੇ। ਤਕਰੀਬਨ ਨੇਪਾਲ ਦੇ ਅੰਦਰ ਵੀ ਤੁਹਾਨੂੰ ਟਾਂਡੇ ਮਿਲਣਗੇ। ਜਿਹੜੇ ਬੰਜ਼ਾਰੇ ਦਾ ਮਤਲਬ ਹੁੰਦਾ ਵਪਾਰੀ। ਹਾਂਜੀ, ਇਹ ਵੱਡੇ ਵਪਾਰੀ ਸਨ ਜਿਹੜੇ ਕਿ ਅੱਜ ਦੇ ਵੱਡੇ ਵਪਾਰੀ ਮੰਨੇ ਜਾਂਦੇ ਨੇ। ਉਸ ਟਾਈਮ ਦੇ ਵੱਡੇ ਵਪਾਰੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਪ੍ਰਚਾਰਿਆ। ਹੁਣ ਤੁਸੀਂ ਸਵਾਲ ਜਿਹੜਾ ਕੀਤਾ ਸੀ ਕਿ ਨਾਗਪੁਰੀ 'ਚ ਅਸੀਂ ਕਲੋਨੀਆਂ ਵਸਾਈਆਂ, ਉੱਥੇ ਸਾਡੇ ਮਲਕੀਤ ਸਿੰਘ ਬੱਲ ਸਾਡੇ ਟੀਮ ਦੇ ਇੱਕ ਮੈਂਬਰ ਨੇ, ਉਹਨਾਂ ਨੇ ਇਸ ਕੋਸ਼ਿਸ਼ ਨੂੰ ਕੀਤਾ ਔਰ ਬੜੀ ਖੂਬਸੂਰਤ ਕੋਸ਼ਿਸ਼ ਸੀ, ਜਿਹਦੇ ਵਿੱਚ ਤਕਰੀਬਨ 500 ਘਰਾਂ ਨੂੰ ਵਸਾ ਕੇ 5-6 ਕਲੋਨੀਆਂ ਜਿਹੜੀਆਂ ਨੇ ਉਹਨਾਂ ਦੇ ਪੱਕੇ ਮਕਾਨ ਬਣਾ ਕੇ ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਬਣਾ ਕੇ, ਅਜੇ 3 ਗੁਰਦੁਆਰਾ ਸਾਹਿਬ ਬਣ ਰਹੇ ਨੇ, ਜਿਹਦੇ ਵਿੱਚ ਦਲੇਰ ਸਿੰਘ ਜੀ ਕੁਝ ਉੱਥੇ ਡੋਨੇਸ਼ਨ ਦੇਣ ਵਾਸਤੇ ਕਹਿ ਕੇ ਆਏ ਨੇ। ਇਸੇ ਤਰ੍ਹਾਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕਲੋਨੀਆਂ ਦੇ ਨਾਲ ਨਾਲ ਉਹਨਾਂ ਨੂੰ ਇੱਕ ਸਕੂਲ ਦਿੱਤਾ ਜਾਏ, ਜਿੱਥੇ ਗੁਰਦੁਆਰਾ ਹੋਵੇ, ਉੱਥੇ ਨਾਲ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਏ ਗੁਰਮਤ ਦੀ ਤੇ ਨਾਲੇ ਸੰਸਾਰ ਦੀ, ਔਰ ਉਹਨਾਂ ਦੇ ਬੱਚਿਆਂ ਨੂੰ ਅੱਛੀਆਂ ਪੋਸਟਾਂ ਤੇ ਅਸੀਂ ਲੈ ਜਾਈਏ। ਇਸ ਮਕਸਦ ਨੂੰ ਲੈ ਕੇ ਅਸੀਂ ਮਤਲਬ ਕੰਮ ਕਰਨਾ ਚਾਹੁੰਦੇ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ 2 ਸਾਲ ਦੇ ਅੰਦਰ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਕਮੇਟੀ ਨੇ ਬਹੁਤ ਮਾਣ ਦਿੱਤਾ। ਇਹਨਾਂ ਨੇ ਅੱਗੇ ਹੋ ਕੇ ਤੁਰੇ ਨੇ, ਹੁਣ ਮੈਂ ਪਿੱਛੇ ਆ, ਇਹ ਅੱਗੇ ਨੇ, ਤੇ ਇਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਸਾਰੀ ਅਮਰੀਕਾ ਦੇ ਸਿੱਖ ਯੂਨਾਈਟ ਹੋ ਕੇ ਕੰਮ ਕਰਨ, ਸਾਰੇ ਬਰਾਦਰੀਵਾਦ ਤੋਂ, ਜਾਤਵਾਦ ਤੋਂ, ਕਿ ਗੁਰੂ ਨਾਨਕ ਦਾ ਮਿਸ਼ਨ ਜਾਤਵਾਦ ਨਹੀਂ ਹੈ, ਗੁਰੂ ਨਾਨਕ ਦਾ ਮਿਸ਼ਨ ਬਰਾਦਰੀਵਾਦ ਨਹੀਂ ਹੈ। ਸਤਿਗੁਰੂ ਕਹਿੰਦੇ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਰੱਬ ਦੇ ਘਰ 'ਚ ਕਿਤੇ ਜਾਤ ਹੈ, ਜਾਤ ਤੇ ਅਸੀਂ ਬਣਾਈ ਹੈ। ਜਾਤ ਕਾ ਗਰਭ ਨ ਕਰ ਮੂਰਖ ਗਵਾਰਾ, ਇਸ ਗਰਭ ਤੇ ਬਹੁਤ ਚਲ ਬੇਕਾਰਾ।
ਇਸ ਗੱਲ ਨੂੰ ਗੁਰਬਾਣੀ ਸਿਧਾਂਤ ਸਾਨੂੰ ਦੱਸਦੀ ਹੈ। ਤੇ ਤੁਸੀਂ ਹੋਰ ਕੋਈ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਨਹੀਂ, ਦੇਖੋ ਤੁਸੀਂ ਸਾਰਿਆਂ ਨੇ ਕਿੰਨੇ ਕੁਝ ਲਫ਼ਜ਼ਾਂ ਦੇ ਵਿੱਚ ਕਿੰਨੀ ਵੱਡੀ ਗੱਲ ਵਿਊਅਰਸ ਦੇ ਨਾਲ ਸਾਂਝੀ ਕੀਤੀ ਹੈ। ਦਲੇਰ ਸਿੰਘ ਜੀ ਇੱਕ ਵਾਰੀ ਫਿਰ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਤੋਂ ਸਾਡੇ ਨਾਲ ਪਹੁੰਚੇ ਹਨ। ਮਾਸਟਰ ਮੋਹਿੰਦਰ ਸਿੰਘ ਜੀ, ਮੈਂ ਚਾਹਾਂਗੀ ਅਖੀਰ ਦੇ ਵਿੱਚ ਤੁਸੀਂ ਵਿਊਅਰਸ ਨੂੰ ਥੋੜ੍ਹੀ ਜਿਹੀ ਇੱਕ ਵਾਰੀ ਫਿਰ ਇਹ ਜ਼ਰੂਰ ਦੱਸੋ ਕਿ ਕਿਉਂ ਉਹਨਾਂ ਨੂੰ ਇਸ ਕੌਜ਼ ਦੇ ਵਿੱਚ ਨਾ ਕਿ ਸਿਰਫ ਹੋਰ ਜਾਣਕਾਰੀ ਪਾਣੀ ਚਾਹੀਦੀ ਹੈ ਬਟ ਸਪੋਰਟ ਕਰਨੀ ਚਾਹੀਦੀ ਹੈ, ਬਿਕੋਜ਼ ਸਾਡੀ ਕਮਿਊਨਿਟੀ ਦੇ ਵਿੱਚ ਕੌਜ਼ਸ ਬਹੁਤ ਹਨ, ਬਹੁਤ ਲੋੜ ਹੈਗੀ ਇੱਕ ਦੂਜੇ ਨੂੰ ਅਪਲਿਫਟ ਕਰਨ ਦੀ, ਬਟ ਇਸ ਕੌਜ਼ ਨੂੰ ਲੈ ਕੇ ਕੀ ਵੱਡੇ ਲੈਵਲ ਤੇ ਸਿੱਖੀ ਕੌਮ ਦਾ ਇੱਕ ਗਲੋਬਲ ਲੈਵਲ ਤੇ ਕੀ ਫਰਕ ਪੈ ਸਕਦਾ ਹੈ ਜਦੋਂ ਅਸੀਂ ਆਪਣੀ ਪਹਿਚਾਣ ਆਪਣੀ ਗਿਣਤੀ ਦੀ ਗੱਲ ਕਰਦੇ ਹਾਂ? ਮਾਸਟਰ ਸਾਹਿਬ ਦੇਖੋ, ਜੇ ਲੋਕ ਰਾਜ ਨੇ, ਲੋਕ ਰਾਜ ਸਿਰਾਂ ਦੀ ਗਿਣਤੀ ਹੈ, ਔਰ ਜਿਨ੍ਹਾਂ ਦੇ ਸਿਰਾਂ ਦੀ ਗਿਣਤੀ ਵੱਧੇ ਉਹ ਤਾਕਤ 'ਚ ਆ ਜਾਂਦੇ ਨੇ, ਜਿਨ੍ਹਾਂ ਦੀ ਘੱਟ ਹੈ ਉਹ ਤਾਕਤ 'ਚ ਨਹੀਂ ਆਉਂਦੇ। ਮੈਂ ਸਮਝਦਾ ਇੱਕ ਤੇ ਗੁਰੂ ਨਾਨਕ ਦਾ ਮਿਸ਼ਨ ਦਾ ਪ੍ਰਚਾਰ ਜਿਹੜਾ ਹੈ, ਸਾਡਾ ਜਿਹੜਾ ਮੂਲ ਮਨੋਰਥ ਹੈ ਵੀ ਸਿੱਖੀ ਦਾ ਫਲਾਹ ਹੋਵੇ, ਉਸ ਫਲਾਹ ਦੇ ਵਿੱਚ ਸਾਨੂੰ ਇੱਕ ਧਿਰ ਜਿਹੜੀ ਰੱਖ ਲੈਣੀ ਚਾਹੀਦੀ, ਇੱਕ ਮਾਧੇ ਰੱਖ ਲੈਣੀ ਚਾਹੀਦੀ ਹੈ ਵੀ ਜਿਹੜੇ ਲੋਕਾਂ ਦੇ ਬਜ਼ੁਰਗ ਪਹਿਲਾਂ ਗੁਰੂ ਨਾਨਕ ਸਾਹਿਬ ਨਾਲ ਜੁੜੇ ਸੀ ਉਹ ਕਿਸੇ ਕਾਰਨ ਦੂਰ ਤੁਰ ਗਏ ਜਾਂ ਉਹਨਾਂ ਨੂੰ ਉਹ ਗੱਲਾਂ ਭੁੱਲ ਗਈਆਂ, ਉਹਨਾਂ ਨੂੰ ਦੁਬਾਰਾ ਤੋਂ ਉਹ ਗੱਲਾਂ ਯਾਦ ਕਰਾਈਆਂ ਜਾਣ। ਔਰ ਮੈਂ ਇਹ ਵੀ ਸਮਝਦਾ ਵੀ ਜਿਹੜੇ ਵਣਜਾਰੇ ਸੀ ਇਹਨਾਂ ਦਾ ਮੇਨ ਕੰਮ ਜਿਹੜਾ ਸੀ ਉਹ ਹਥਿਆਰ ਬਣਾਉਣ ਦਾ ਸੀ, ਔਰ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਜਿਹੜੀ ਇੰਡੀਵਿਜੂਅਲ ਸੀ, ਕਾਰਖਾਨੇ ਲੱਗ ਗਏ, ਜਿੱਥੇ ਲੋਕੀ 10 ਬੰਦੇ ਇੱਕ ਚੀਜ਼ ਤਿਆਰ ਕਰਦੇ ਨੇ ਉੱਥੇ ਮਸ਼ੀਨ ਜਿਹੜੀ ਹੈ ਉਹ 100 ਚੀਜ਼ਾਂ ਤਿਆਰ ਕਰਦੀ ਹੈ। ਇਹ ਯੂਰਪ 'ਚ ਵੀ ਹੋਇਆ ਵੀ ਜਦੋਂ ਹੱਥ ਕੱਢੀਆਂ ਜਿਹੜੀਆਂ ਬੰਦ ਹੋ ਕੇ ਮਸ਼ੀਨਾਂ ਨੇ ਕੱਪੜਾ ਬੁਣਨਾ ਸ਼ੁਰੂ ਕੀਤਾ ਤੇ ਉਹ ਲੋਕ ਜਿਹੜੇ ਨੇ ਉਹ ਆਰਥਿਕ ਤੌਰ ਤੇ ਟੁੱਟ ਗਏ, ਉਹਨਾਂ ਨੂੰ ਕੰਮ ਕਰਨ ਲਈ ਕੋਈ ਬਚਿਆ ਨਹੀਂ ਤੇ ਜਿਹਦੇ ਨਾਲ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਮੰਦੀ ਹੋ ਗਈ। ਮੈਂ ਸਮਝਦਾ ਹੁਣ ਅਸੀਂ ਜੇ ਗੁਰਬਾਣੀ ਦਾ ਪ੍ਰਚਾਰ ਕਰੀਏ, ਉਹਨਾਂ ਨੂੰ ਵਿਦਿਆ ਦਈਏ ਤੇ ਉਹਨਾਂ ਨੂੰ ਦੂਜੀ ਕਮਿਊਨਿਟੀਆਂ ਦੇ ਬਰਾਬਰ ਖੜਾ ਕਰੀਏ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੋ ਸਕਦਾ ਹੈ, ਤਾਂ ਉਹ ਸਿੱਖੀ ਨਾਲ ਜ਼ਿਆਦਾ ਤੇਜ਼ੀ ਨਾਲ ਤੇ ਜ਼ਿਆਦਾ ਸਰਗਰਮੀ ਦੇ ਨਾਲ ਜੁੜ ਸਕਦੇ ਨੇ ਜੀ। ਪਰ ਇਹ ਗੱਲ ਜਿਹੜੀ ਹੈ ਇਹ ਸੰਸਥਾਵਾਂ ਨੇ, ਸੰਸਥਾਵਾਂ ਕੋਈ ਲੋਕਲ ਇਸ਼ੂ ਵੀ ਨੇ, ਕੁਝ ਵੱਡੇ ਇਸ਼ੂ ਵੀ ਨੇ, ਪਰ ਅਸੀਂ ਸਮਝਦੇ ਹਾਂ ਜਿਹੜੇ ਬਾਹਰ ਵਸਦੇ ਲੋਕ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੈ, ਪੈਸੇ ਵੀ ਹੈ ਨੇ, ਜੇ ਉਹ ਸਾਰੇ ਰਲ ਕੇ ਮੁਹਿੰਮ ਨੂੰ ਚਲਾਉਣ ਤੇ ਕੋਈ ਏਡੀ ਵੱਡੀ ਗੱਲ ਨਹੀਂ। ਧਾਮੀ ਸਾਹਿਬ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ, ਉਹ ਮੂਲ ਰੂਪ ਵਿੱਚ ਉਹ ਵੀ ਇਸ ਗੱਲ ਨਾਲ ਸਹਿਮਤ ਨੇ ਵੀ ਇਸ ਵਰਗ ਤੇ ਕੰਮ ਕੀਤਾ ਜਾਣਾ ਚਾਹੀਦਾ ਔਰ ਉਹਨਾਂ ਲੋਕਾਂ ਵਿੱਚ ਜਿਹੜੀ ਸਿੱਖੀ ਦੀ ਚਿਣਗੇ ਉਸ ਨੂੰ ਮੁੜ ਕੇ ਜਗਾ ਕੇ ਉਹ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਾਂ ਬਦਲ ਸਕਨੇ ਆ ਔਰ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਵੀ ਰਾਜਨੀਤਿਕ ਖੇਤਰ ਵਿੱਚ ਅਸੀਂ ਆਪਣਾ ਦਖਲ ਕਰ ਸਕਨੇ ਆ। ਔਰ ਔਖੇ ਵੇਲੇ ਜਦੋਂ ਪਾਰਲੀਮੈਂਟ 'ਚ ਕੋਈ ਸਿੱਖਾਂ ਦੀ ਗੱਲ ਹੁੰਦੀ ਹੈ ਤੇ ਉਹਨਾਂ ਦੇ ਜਿਹੜੇ ਰੈਪ ਨੇ ਉਹ ਵੀ ਸਾਡੇ ਹੱਕ ਵਿੱਚ ਖਲੋਣਗੇ, ਜਿਹਦੇ ਨਾਲ ਸਾਡੀ ਸ਼ਕਤੀ ਜਿਹੜੀ ਹੈ ਵੱਧਦੀ ਹੈ। ਸੋ ਮੇਰਾ ਤੇ ਇਹੀ ਸਾਰਿਆਂ ਨੂੰ ਬੇਨਤੀ ਹੈ, ਭਾਈ ਠੀਕ ਹੈ ਡਿਫਰੈਂਸਿਸ ਵੀ ਨੇ, ਫਰਕ ਵੀ ਨੇ, ਕੋਈ ਜਾਤ ਬਰਾਦਰੀ ਦੀ ਮਾੜੀ ਮੋਟੀ ਗੱਲ ਹੈ, ਲੇਕਿਨ ਗੁਰੂ ਨਾਨਕ ਦੇ ਫਲਸਫੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਔਰ ਗੁਰੂ ਨਾਨਕ ਦੇ ਫਲਸਫੇ ਦਾ ਪ੍ਰਚਾਰ ਕਰਨ ਲਈ ਸਾਨੂੰ ਆਪਣੇ ਸਾਧਨ ਜਿਹੜੇ ਨੇ ਯੋਗ ਜਿੰਨੀ ਕੁ ਅਸੀਂ ਯੋਗਦਾਨ ਪਾ ਸਕਨੇ ਆ ਉਹ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ ਔਰ ਬਾਬਾ ਮੱਖਣ ਸ਼ਾਹ ਕਮਿਟਡ ਹੈ ਵੀ ਇਸ ਗੱਲ ਨੂੰ ਅਸੀਂ ਅੱਗੇ ਲੈ ਕੇ ਚੱਲਣਾ ਹੈ। ਬਾਕੀ ਰਿਜ਼ਲਟ ਜਿਹੜੇ ਨੇ ਉਹ ਲੰਮੇ ਸਮੇਂ 'ਚ ਨਿਕਲਣੇ, ਬਹੁਤ ਵੱਡਾ ਪ੍ਰੋਜੈਕਟ ਹੈ, ਲੇਕਿਨ ਅਸੀਂ ਯਤਨਸ਼ੀਲ ਹਾਂ ਵੀ ਸਿੱਖੀ ਦਾ ਪ੍ਰਸਾਰ ਹੋਵੇ ਔਰ ਸਿੱਖੀ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਜਿਹੜੇ ਲੋਕ ਸਾਨੂੰ ਭੁੱਲ ਗਏ ਨੇ ਜਾਂ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ ਉਹਨਾਂ ਵਿੱਚ ਉਹਨਾਂ ਨੂੰ ਮੁੜ ਕੇ ਸਰਜੀਤ ਕੀਤਾ ਜਾ ਸਕੇ। ਜੀ ਬਿਲਕੁਲ, ਇੱਕ ਵਾਰੀ ਫਿਰ ਸਕਰੀਨ ਤੇ ਲਿਖਿਆ ਹੋਇਆ ਨੰਬਰ ਜ਼ਰੂਰ ਤੁਸੀਂ ਨੋਟ ਕਰ ਲਓ। ਦਲੇਰ ਸਿੰਘ ਜੀ ਦਾ ਇਹ ਡਾਇਰੈਕਟ ਕੰਟੈਕਟ ਹੈਗਾ, ਇਹ ਤੇ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜਾਂ ਆਪ ਦੀ ਸਪੋਰਟ ਪਾ ਸਕਦੇ ਹੋ। ਇੱਕ ਵਾਰੀ ਫਿਰ ਜਿੱਥੇ ਤੱਕ ਕੌਮ ਦੀ ਗੱਲ ਆਉਂਦੀ ਹੈ, ਕੌਮ ਦੀ ਸੇਵਾ ਦੇ ਵਿੱਚ ਕੋਈ ਨਾ ਅੱਗੇ ਨਾ ਪਿੱਛੇ, ਕੋਈ ਜਾਤ ਪਾਤ ਦਾ ਅਸੀਂ ਸਵਾਲ ਨਹੀਂ ਉਠਾ ਸਕਦੇ, ਸਿਰਫ ਤਾਂ ਸਿਰਫ ਇਹ ਸੇਵਾ ਦਾ ਸਵਾਲ ਹੈ ਇੱਥੇ, ਤੇ ਜ਼ਰੂਰ ਤੁਹਾਡੀ ਵੀ ਸੇਵਾ ਇਹਦੇ ਵਿੱਚ ਲੱਗਣੀ ਚਾਹੀਦੀ। ਇੱਕ ਵਾਰੀ ਫਿਰ ਸਕਰੀਨ ਤੇ ਲਿਖਿਆ ਹੋਇਆ ਨੰਬਰ ਨੋਟ ਕਰ ਲਓ। ਤੇ ਹੁਣ ਸਾਨੂੰ ਸਾਰਿਆਂ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਗੁਰਦੁਆਰਾ ਸਾਹਿਬ ਤੋਂ ਪੂਰੀ ਟੀਮ, ਪ੍ਰਧਾਨ ਸਾਹਿਬ ਦਲੇਰ ਸਿੰਘ ਜੀ, ਮਾਸਟਰ ਸਿੰਘ ਮਹਿੰਦਰ ਸਿੰਘ ਜੀ, ਆਫ ਕੋਰਸ ਗੁਰਮੇਜ ਸਿੰਘ ਜੀ ਐਂਡ ਵਰਿੰਦਰਪਾਲ ਸਿੰਘ ਜੀ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਇਸ ਮਿਸ਼ਨ ਵਿੱਚ ਲੱਗੇ ਹੋਏ ਹੋ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।